BA third year student. Now we are discussing about the nature of the international politics. ਇਸ ਤੋਂ ਪਹਿਲਾਂ ਆਪਾਂ ਕੀਤਾ ਸੀਗਾ difference between international politics and international relations. Now we are discuss about the nature of the international politics. ठीक है, nature ਕਿਹੋ ਜਿਹਾ ਹੈ ਸਾਡੀ international politics ਦਾ। ਨੰਬਰ 1 ਬੇਟਾ ਇਸ ਦੇ ਵਿੱਚ ਆਉਂਦਾ ਹੈ कि सॉवरन स्टेट्स आर इट्स चीफ एक्टर्स मीनस प्रभुसत्ता संपन्न राज्य इसके मुख्य कार्यकर्ता हैं। प्रभुसत्ता संपन्न मीनस वो दोज countries or those state which are free to take any kind of decision whether they are internal or external। ਪ੍ਰਭੂ ਸੱਤਾ ਸੰਪੰਨ ਰਾਜ ਉਹ ਰਾਜ ਹੁੰਦੇ ਨੇ ਜਿਹੜੇ ਕਿ ਆਪਣੇ ਆਂਤਰਿਕ ਅਤੇ ਬਾਹਰੀ ਮਾਮਲਿਆਂ ਦੇ ਵਿੱਚ ਬਿਲਕੁਲ ਫ੍ਰੀ ਹੁੰਦੇ ਨੇ ਡਿਸੀਜ਼ਨ ਲੈਣ ਦੇ ਲਈ। ਠੀਕ ਹੈ, ਇਸੇ ਤਰ੍ਹਾਂ ਬੇਟਾ ਜਿਹੜੇ ਆਪਣੇ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਉਹੀ ਮੇਨ ਜਿਹੜੇ ਹੈਗੇ ਨੇ ਹੀਰੋ ਕਹਿ ਲਓ ਜਾਂ ਐਕਟਰਸ ਕਹਿ ਲਓ, ਮੇਨ ਐਕਟਰਸ ਨੇ ਜੋ ਪ੍ਰਭੂ ਸੱਤਾ ਸੰਪੰਨ ਦੇਸ਼ ਨੇ। ਠੀਕ ਹੈ, ਉਸ ਤੋਂ ਬਾਅਦ ਪ੍ਰੋਟੈਕਸ਼ਨ ਆਫ ਦ ਨੈਸ਼ਨਲ ਇੰਟਰਸਟ ਆਫ ਦੇਅਰ ਆਬਜੈਕਟਿਵਸ, ਰਾਸ਼ਟਰੀ ਹਿੱਤਾਂ ਦੀ ਰਾਖੀ ਉਦੇਸ਼ ਹੈ। ਹਰ ਇੱਕ ਦੇਸ਼, ਕੋਈ ਵੀ ਕੰਟਰੀ, ਕੋਈ ਵੀ ਸਟੇਟ ਹੈ ਬੇਟਾ, ਉਹ ਹਮੇਸ਼ਾ ਦੂਸਰੇ ਦੇਸ਼ਾਂ ਦੇ ਨਾਲ ਰਿਲੇਸ਼ਨਸ ਉਦੋਂ ਹੀ ਕਾਇਮ ਕਰਦੀ ਹੈ ਕਿਉਂਕਿ ਉਹਨੇ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਨਾ ਉਦੇਸ਼ ਹੁੰਦਾ ਹੈ। ਸਮਝ ਆ ਗਈ? ਆਪਣੇ ਆਪ ਨੂੰ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਬਣਾਉਣਾ ਹੀ ਇੰਟਰਨੈਸ਼ਨਲ ਰਿਲੇਸ਼ਨਸ ਕਹਿਲਾਉਂਦਾ ਹੈ। ਇੰਟਰਨੈਸ਼ਨਲ ਪੋਲੀਟਿਕਸ ਇਜ਼ ਸਟਰਗਲ ਫॉर ਪਾਵਰ, ਕੁਆਇਟ ਆਬਵੀਅਸ। ਜਿੱਥੇ ਰਾਸ਼ਟਰੀ ਹਿੱਤਾਂ ਦੀ ਰਾਖੀ ਹੁੰਦੀ ਹੈ ਉੱਥੇ ਰਾਜਨੀਤੀ ਜਿਹੜੀ ਹੈਗੀ ਅੰਤਰਰਾਸ਼ਟਰੀ ਰਾਜਨੀਤੀ ਸ਼ਕਤੀ ਦੇ ਲਈ ਸੰਘਰਸ਼ ਹੈ। ਆਪਣੀ ਪਾਵਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਹਰ ਇੱਕ ਦੇਸ਼ ਚਾਹੁੰਦਾ ਹੈ। ਪਾਵਰ ਇਸ ਕਰਕੇ ਨਹੀਂ ਵਧਾਈ ਜਾਂਦੀ ਕਿ ਦੂਸਰੇ ਦੇਸ਼ 'ਤੇ ਅਟੈਕ ਕਰੋ, ਨੋ, ਤਾਂ ਕਿ ਮੁਸੀਬਤ ਆਉਣ ਦੇ ਉੱਤੇ ਅਸੀਂ ਇੰਨੇ ਕੁ ਕੈਪੇਬਲ ਹੋਈਏ, ਇੰਨੇ ਕੁ ਸક્ષਮ ਹੋਈਏ ਕਿ ਅਸੀਂ ਉਸ ਦਾ ਜਿਹੜਾ ਜਵਾਬ ਹੈ ਜਾਂ ਉਸ ਦਾ ਜਿਹੜਾ ਆਨਸਰ ਹੈ ਉਹ ਦੇ ਸਕੀਏ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਪਾਵਰਸ ਇਜ਼ ਬੋਥ ਮੀਨਸ ਐਜ਼ ਵੈਲ ਐਜ਼ ਦੀ ਐਂਡ ਆਫ ਦੀ ਇੰਟਰਨੈਸ਼ਨਲ ਪੋਲੀਟਿਕਸ। ਰਾਜਨੀਤਿਕ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਸ਼ਕਤੀ ਸਾਧਨ ਵੀ ਹੈ ਅਤੇ ਉਦੇਸ਼ ਵੀ। ਸ਼ਕਤੀ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਤਾਕਤ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਵੇਂ ਪੁਰਾਣੇ ਜ਼ਮਾਨੇ ਵਿੱਚ ਕੀ ਹੁੰਦਾ ਸੀ, ਇੱਕ ਰਾਜ ਦੂਸਰੇ ਰਾਜ ਦੇ ਉੱਤੇ ਹਮਲਾ ਕਰਦਾ ਸੀਗਾ ਔਰ ਉਸ ਰਾਜ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲੈਂਦਾ ਸੀ, ਯਾਨੀ ਸ਼ਕਤੀ ਨਾਲ ਹੀ ਪੂਰੀ ਸ਼ਕਤੀ ਵਧਾਈ ਜਾ ਸਕਦੀ ਹੈ। ਕਨਫਲਿਕਟਸ ਆਰ ਦੀ ਕੰਡੀਸ਼ਨ ਆਫ ਦ ਇੰਟਰਨੈਸ਼ਨਲ ਪੋਲੀਟਿਕਸ। ਵਿਵਾਦ ਅੰਤਰਰਾਸ਼ਟਰੀ ਰਾਜਨੀਤੀ ਦੀ ਸ਼ਰਤ ਹਨ, ਯਾਨੀ ਕਿ ਅਗਰ ਦੇਸ਼ ਨੇ ਦੋ ਆਪਸ ਦੇ ਵਿੱਚ ਅਗਰ ਰਿਲੇਸ਼ਨਸ ਕਾਇਮ ਕਰਦੇ ਨੇ ਤਾਂ ਦੋਨਾਂ ਦੇ ਵਿੱਚ ਵਿਵਾਦ ਹੋਣਾ ਬਹੁਤ ਨੈਚੁਰਲ ਹੈ ਨਾ। ਜਿਵੇਂ ਆਪਾਂ ਕਹਿ ਦਈਏ, ਆਪਾਂ ਆਪਣੇ ਗੁਆਂਢੀ ਹੋ ਗਏ, ਆਪਣੇ ਰਿਸ਼ਤੇਦਾਰ ਹੋ ਗਏ, ਅਗਰ ਕਿਸੇ ਦੇ ਨਾਲ ਵੀ ਆਪਾਂ ਰਿਲੇਸ਼ਨਸ ਬਣਾਉਂਦੇ ਨੇ, ਕਾਇਮ ਕਰਦੇ ਨੇ, ਤਾਂ ਵਿਵਾਦ ਜਿਹੜੇ ਹੈਗੇ ਨੇ, ਕਨਫਲਿਕਟਸ ਹੋਣੇ ਜਿਹੜੇ ਹੈਗੇ ਨੇ ਉਹ ਲਾਜ਼ਮੀ ਹੁੰਦੇ ਨੇ, ਨੈਚੁਰਲ ਹੀ ਹੁੰਦੇ ਨੇ। ਅੰਤਰਰਾਸ਼ਟਰੀ ਰਾਜਨੀਤੀ ਦੀ ਵੱਖ-ਵੱਖ ਰਾਜਾਂ ਦੇ ਵਿਚਕਾਰ ਵਿਵਾਦਾਂ ਨੂੰ ਹੱਲ ਕਰਨ ਦੀ ਵੀ ਪ੍ਰਕਿਰਿਆ ਹੈ। ਜਿੱਥੇ ਵਿਵਾਦ ਹੋਣਗੇ ਉਹਨਾਂ ਨੂੰ ਕਨਫਲਿਕਟਸ ਹੋਣਗੇ, ਉੱਥੇ ਉਹਨਾਂ ਦਾ ਸੋਲਿਊਸ਼ਨ ਵੀ ਕੱਢਿਆ ਜਾਊਗਾ, ਹੈ ਨਾ। ਤਾਂ ਪਹਿਲਾਂ ਕਨਫਲਿਕਟਸ, ਉਸ ਤੋਂ ਬਾਅਦ ਉਸ ਦਾ ਸੋਲਿਊਸ਼ਨ ਜਿਹੜਾ ਹੈਗਾ ਉਹ ਵੀ ਕੱਢਿਆ ਜਾਂਦਾ ਹੈ। ਇੰਟਰਨੈਸ਼ਨਲ ਪੋਲੀਟਿਕਸ ਇਜ਼ ਪ੍ਰੋਸੈਸ ਆਫ ਦੀ ਕਨਫਲਿਕਟਸ ਰੀਸੋਲਿਊਸ਼ਨ ਅਮੰਗ ਦੀ ਨੇਸ਼ਨ। ਜਿੱਥੇ ਕਨਫਲਿਕਟ ਨੇਚਰ ਹੈ, ਜਿੱਥੇ ਕਨਫਲਿਕਟ ਸ਼ਰਤ ਹੈ, ਉੱਥੇ ਉਹਨਾਂ ਕਨਫਲਿਕਟਸ ਦਾ ਰੀਸੋਲਿਊਸ਼ਨ ਵੀ ਕੱਢਿਆ ਜਾਂਦਾ ਹੈ। ਇੰਟਰਨੈਸ਼ਨਲ ਪੋਲੀਟਿਕਸ ਇਜ਼ ਦ ਕੰਟੀਨਿਊ ਪ੍ਰੋਸੈਸ। ਅੰਤਰਰਾਸ਼ਟਰੀ ਰਾਜਨੀਤੀ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਨਹੀਂ ਕਿ ਥੋੜ੍ਹਾ ਟਾਈਮ ਚੱਲੀ ਫਿਰ ਬੰਦ ਹੋ ਗਈ, ਫਿਰ ਚੱਲੀ ਫਿਰ ਬੰਦ ਹੋ ਗਈ, ਨੋ, ਇਹ ਕੰਟੀਨਿਊਸ ਪ੍ਰੋਸੈਸ ਹੈ। ਕਿਤੇ ਜ਼ਿਆਦਾ ਕਿਤੇ ਘੱਟ ਹੋ ਸਕਦੀ ਹੈ, ਬਟ ਇਟ ਇਜ਼ ਅ ਯੂਨੀਵਰਸਲ ਪ੍ਰੋਸੈਸ। ਹਰ ਜਗ੍ਹਾ ਇੰਟਰਨੈਸ਼ਨਲ ਪੋਲੀਟਿਕਸ ਵਿਰਾਜਮਾਨ ਹੈ ਔਰ ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਇੰਟਰਡਿਸਪਲਿਨਰੀ ਸਟੱਡੀ ਹੈ, ਅੰਤਰ ਵਿਸ਼ਾ ਹੈ, ਜਿੱਥੇ ਆਪਾਂ ਦੋ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਹੈ, ਅਗਰ ਰਿਲੇਸ਼ਨਸ ਨੂੰ ਪੜ੍ਹਦੇ ਹਾਂ, ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਤਾਂ ਉੱਥੇ ਬੇਟਾ ਜੋਗ੍ਰਾਫੀਕਲ ਕੰਡੀਸ਼ਨ, ਇਕਨੋਮਿਕਲ ਕੰਡੀਸ਼ਨ, ਉੱਥੇ ਦੇ ਲੋਕਾਂ ਦਾ ਨੇਚਰ ਕਿਹੋ ਜਿਹਾ, ਪੋਲੀਟੀਕਲ ਸਿਸਟਮ ਕਿਹੋ ਜਿਹਾ ਹੈ, ਉੱਥੇ ਦੇ ਲੋਕਾਂ ਦੀਆਂ ਜੋਗ੍ਰਾਫੀਕਲ ਕੰਡੀਸ਼ਨਸ ਕਿਹੋ ਜਿਹੀਆਂ ਨੇ। ਠੀਕ ਹੈ, ਸੋ ਇਸ ਤਰ੍ਹਾਂ ਜਿਹੜਾ ਹੈਗਾ ਉਹ ਚੀਜ਼ਾਂ ਦਾ ਸਾਰਿਆਂ ਦਾ ਹੀ ਅਧਿਐਨ ਕਰਾਂਗੇ। ਜਿਵੇਂ ਆਪਾਂ ਅਗਰ ਸਪੋਜ਼ ਕਰੋ ਇੰਡੀਆ ਔਰ ਅਗਰ ਮੈਂ ਨੇਪਾਲ ਦੀ ਗੱਲ ਕਰਾਂ, ਦੋ ਦੇਸ਼ਾਂ ਦੇ ਵਿੱਚ ਕੰਪੈਰੀਜ਼ਨ ਦੀ ਗੱਲ ਕਰਾਂ, ਤਾਂ ਜਿੱਥੇ ਮੈਂ ਇਹਨਾਂ ਦੇ ਪੋਲੀਟੀਕਲ ਰਿਲੇਸ਼ਨਸ ਬਾਰੇ ਪੜ੍ਹਾਂਗੀ ਉੱਥੇ ਹੀ ਮੈਂ ਇਹਨਾਂ ਦੀ ਜੋਗ੍ਰਾਫੀਕਲ ਕੰਡੀਸ਼ਨਸ ਬਾਰੇ ਵੀ ਪੜ੍ਹਾਂਗੀ, ਇਕਨੋਮਿਕਲ ਕੰਡੀਸ਼ਨਸ ਬਾਰੇ ਵੀ ਪੜ੍ਹਾਂਗੀ। ਈਵਨ ਇੱਥੇ ਦੇ ਲੋਕਾਂ ਦਾ ਨੇਚਰ ਕਿਹੋ ਜਿਹਾ ਹੈ, ਇਹ ਲੋਕੀ ਕਿੰਨੇ ਕੁ ਪੋਲੀਟਿਕਸ ਦੇ ਵਿੱਚ ਇਨਵੋਲਵ ਹੁੰਦੇ ਨੇ, ਇੱਥੇ ਤੱਕ ਕਿ ਇਹਨਾਂ ਲੋਕਾਂ ਦਾ ਕਲਚਰ ਕਿਹੋ ਜਿਹਾ ਹੈ, ਲਿਟਰੇਚਰ ਕਿਹੋ ਜਿਹਾ ਹੈ, ਰਹਿਣ ਸਹਿਣ ਕਿਹੋ ਜਿਹਾ ਹੈ, ਕੀ ਖਾਣ ਪੀਣ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਅਧਿਐਨ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਆਪਾਂ ਕਰਦੇ ਨੇ। ਵਿਸ਼ਲੇਸ਼ਣਾਤਮਕ ਤੇ ਵਿਗਿਆਨਿਕ ਅਧਿਐਨ, ਯਾਨੀ ਕਿ ਇਲੈਬੋਰੇਟ ਕਰਕੇ ਵੀ ਆਪਾਂ ਪੜ੍ਹਦੇ ਹਾਂ ਇਸ ਨੂੰ, ਔਰ ਇਸ ਚੀਜ਼ ਦੇ ਵਿੱਚ ਜਿਹੜੇ ਹੈਗੇ ਨੇ ਵਿਸ਼ਲੇਸ਼ਣਾਤਮਕ ਅਧਿਐਨ ਹੁੰਦਾ ਹੈ ਜਦੋਂ ਆਪਾਂ ਆંકੜੇ ਇਕੱਠੇ ਕਰਦੇ ਹਾਂ ਅਤੇ ਉਸ ਦੇ ਬਿਹਾਫ ਦੇ ਉੱਤੇ ਸੋਲਿਊਸ਼ਨ ਆਪਾਂ ਕੱਢਦੇ ਹਾਂ। ਅੰਤਰਰਾਸ਼ਟਰੀ ਰਾਜਨੀਤੀ ਵਿਕਾਸਵਾਦੀ ਸਰੂਪ, ਵਿਕਾਸਵਾਦੀ ਮੀਨਸ ਲਗਾਤਾਰ ਕੰਟੀਨਿਊ ਪ੍ਰੋਸੈਸ ਹੁੰਦਾ ਰਹਿੰਦਾ ਬੇਟਾ ਇਹਦਾ। ਠੀਕ ਹੈ,
ਉਸ ਤੋਂ ਬਾਅਦ ਹੈ ਗਲੋਬਲ ਨੇਚਰ ਇਜ਼ ਇੰਟਰਨੈਸ਼ਨਲ ਪੋਲਿਟਿਕਸ, ਅੰਤਰਰਾਸ਼ਟਰੀ ਰਾਜਨੀਤੀ ਦਾ ਵਿਸ਼ਵ ਵਿਆਪੀ ਸਰੂਪ। ਇਹ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਵਿਸ਼ਵ ਦੇ ਹਰ ਇੱਕ ਕੋਨੇ ਦੇ ਵਿੱਚ ਜਿਹੜਾ ਹੈਗਾ ਉਹ ਕਿਹਾ ਜਾਂਦਾ ਹੈ। ਡਿਕਲਾਈਨ ਆਫ ਦ ਕਲੋਨੀਅਲਿਜ਼ਮ, ਬਸਤੀਵਾਦ ਦਾ ਪਤਨ। ਅੰਤਰਰਾਸ਼ਟਰੀ ਰਾਜਨੀਤੀ ਦੇ ਸਰੂਪ ਨੂੰ ਬਸਤੀਵਾਦ ਦੇ ਪਤਨ ਨੇ ਵੀ ਵਿਆਪਕ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ। ਦੂਜੇ ਮਹਾਯੁੱਧ ਦੀ ਸਮਾਪਤੀ ਦੇ ਵਿੱਚੋਂ ਏਸ਼ੀਆ, ਅਫਰੀਕਾ, ਲੈਟਿਨ ਅਮਰੀਕਾ ਦੇ ਅਨੇਕਾਂ ਦੇਸ਼ ਬਸਤੀਵਾਦ ਦੀ ਚੁੰਗਲ ਦੇ ਵਿੱਚੋਂ ਮੁਕਤ ਹੋਏ ਹਨ ਔਰ ਸੁਤੰਤਰ ਤਰੀਕੇ ਦੇ ਨਾਲ ਆਪਣੇ ਦੇਸ਼ਾਂ ਦੇ ਵੀ ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਕਾਇਮ ਕਰ ਰਹੇ ਨੇ। ਠੀਕ ਹੈ। ਖੇਤਰੀ ਸਹਿਯੋਗ ਦੀ ਵੱਧ ਰਹੀ ਮਹੱਤਵਤਾ। ਖੇਤਰੀ ਸਹਿਯੋਗ ਬੇਟਾ ਜਿਵੇਂ ਕਿ ਬ੍ਰਿਕਸ ਹੋ ਗਿਆ, G8 ਹੋ ਗਿਆ, ਸਾਰਕ ਹੋ ਗਿਆ। ਫੋਰ ਦ ਐਗਜ਼ਾਮਪਲ ਸਾਰਕ, ਸਾਊਥ ਏਸ਼ੀਅਨ ਐਸੋਸੀਏਸ਼ਨ ਐਂਡ ਰੀਜਨਲ ਕਾਰਪੋਰੇਸ਼ਨ, ਸਾਰਕ ਹੈ ਨਾ, ਜਿਹਦੇ 8 ਕੰਟਰੀਜ਼ ਨੇ ਆਪਸ ਦੇ ਵਿੱਚ ਸਮਝੌਤਾ ਕਰਕੇ ਆਪਸ ਦੇ ਵਿੱਚ ਇਹ ਮੀਟਿੰਗਸ ਕਰਦੇ ਨੇ, ਇੱਕ ਦੂਜੇ ਦੇ ਹੈਲਪ ਵੀ ਕਰਦੇ ਨੇ। ਬ੍ਰਿਕਸ ਵੀ ਇਸੇ ਤਰ੍ਹਾਂ ਹੈ, G8, G20, ਇਹ ਸਾਰੇ ਬੇਟਾ ਗਰੁੱਪ ਬਣੇ ਹੋਏ ਨੇ ਅਲੱਗ-ਅਲੱਗ ਕੰਟਰੀਜ਼ ਦੇ। ਕਿਤੇ ਨਾ ਕਿਤੇ ਇਹ ਜਿਹੜੇ ਗਰੁੱਪਸ ਜਿਹੜੇ ਹੈਗੇ ਨੇ ਇਹ ਵੀ ਸਾਡੀ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਪ੍ਰਭਾਵਿਤ ਕਰਦੇ ਨੇ। ਅੰਤਰਰਾਸ਼ਟਰੀ ਰਾਜਨੀਤੀ ਦਾ ਗਤੀਸ਼ੀਲ ਸਰੂਪ। ਗਤੀਸ਼ੀਲ ਮੀਨਸ ਡਾਇਨਾਮਿਕ ਪ੍ਰੋਸੈਸ, ਲਗਾਤਾਰ ਕੰਟੀਨਿਊਸ ਚੱਲਣ ਵਾਲਾ ਪ੍ਰੋਸੈਸ ਹੈ ਜੋ ਲਗਾਤਾਰ ਚੱਲ ਰਿਹਾ ਹੈ ਔਰ ਅੱਜ ਇਸੀ ਦੀ ਬਦੌਲਤ ਸਾਡਾ ਜਿਹੜਾ ਪੂਰਾ ਵਿਸ਼ਵ ਹੈ ਉਹ ਇੱਕ ਗਲੋਬਲ ਵਿਲੇਜ ਬਣ ਗਿਆ ਹੈ। ਠੀਕ ਹੈ। ਅਸੀਂ ਇੱਕ ਛੋਟੀ ਮੋਟੀ ਕੰਟਰੀਜ਼ ਜਾਂ 2-3 ਕੰਟਰੀਜ਼ ਨਹੀਂ ਮਿਲ ਕੇ ਬਣੀਆਂ ਬਲਕਿ ਪੂਰਾ ਵਿਸ਼ਵ ਮੰਡਲ ਜਿਹੜਾ ਹੈਗਾ, ਪੂਰੀਆਂ ਜਿਹੜੀਆਂ ਵਰਲਡ ਨੇ ਉਹ ਇੱਕ ਗਲੋਬਲ ਵਿਲੇਜ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਠੀਕ ਹੈ। ਇਸ ਤੋਂ ਬਾਅਦ ਬੇਟਾ ਇਹਦਾ ਕਨਕਲੂਜਨ ਹੈ। ਕਨਕਲੂਜਨ ਸਿਰਫ ਤੁਸੀਂ 2 ਜਾਂ 3 ਲਾਈਨਸ ਦੇ ਵਿੱਚ ਦੇ ਦੋਗੇ ਕਿ ਹਾਂ ਇਹ ਬਾਕੀ ਸਾਰੇ ਹੈਡਿੰਗਸ ਦੀ ਦੇ ਕੇ ਨਾ ਇਹਦੇ ਵਿੱਚ ਸਿਰਫ 2 ਮਾਰਕਸ ਦੇ ਵਿੱਚ ਇਸ ਨੂੰ ਇੱਕ ਇਲੈਬੋਰੇਟ ਕਰਨ ਦੀ ਲੋੜ ਨਹੀਂ ਹੈ, ਸਿਰਫ ਇਹਦਾ ਇੱਕ ਸਮਰੀ ਜੀ ਕਨਕਲੂਜਨ ਦਾ ਬਣਾਉਣਾ ਹੈ। ਉਸ ਤੋਂ ਬਾਅਦ ਆਉਂਦਾ ਹੈ ਵਿਸ਼ਾ ਵਸਤੂ। ਠੀਕ ਹੈ। ਸਕੋਪ ਐਂਡ ਸਬਜੈਕਟ ਮੈਟਰ ਆਫ ਦੀ ਇੰਟਰਨੈਸ਼ਨਲ ਪੋਲੀਟਿਕਸ। ਹੁਣ ਇਹਦੇ ਵਿੱਚ ਕੀ ਹੈ, ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਕੀ ਪੜ੍ਹਦੇ ਹੋ ਤੁਸੀਂ, ਕਿਸ ਚੀਜ਼ ਦਾ ਅਧਿਐਨ ਕਰਦੇ ਹੋ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਕਿਸ ਚੀਜ਼ਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਦੇ ਵਿੱਚ ਬੇਟਾ ਬੀਇੰਗ ਅ ਪੋਲੀਟੀਕਲ ਸਾਇੰਸ ਸਟੂਡੈਂਟ ਤੁਸੀਂ ਅੱਜ ਤੱਕ ਜੋ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਪੜ੍ਹਿਆ ਹੈ ਉਹ ਸਾਰਾ ਕੁਝ ਹੀ ਇਸ ਕੁਐਸਚਨ ਦੇ ਵਿੱਚ ਤੁਹਾਡਾ ਮਰਜ ਹੋ ਜਾਂਦਾ ਹੈ। ਜਿਵੇਂ ਕਿ ਨੰਬਰ 1, ਅਗਰ ਅਸੀਂ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਸਟੱਡੀ ਆਫ ਦੀ ਸਟੇਟ ਸਿਸਟਮ, ਰਾਜਨੀਤਿਕ ਪ੍ਰਣਾਲੀਆਂ ਦੇ ਅਧਿਐਨ। ਸਪੋਜ਼ ਕਰੋ ਅਗਰ 2 ਦੇਸ਼ਾਂ ਦੇ ਵਿੱਚ ਤੁਸੀਂ ਆਪਸ ਦੇ ਵਿੱਚ ਸੰਬੰਧਾਂ ਨੂੰ ਜਾਣਨਾ ਹੈ ਤਾਂ ਸਭ ਤੋਂ ਪਹਿਲਾਂ ਕੀ ਪੜ੍ਹੋਗੇ, ਉਹਨਾਂ ਦੇ ਵਿੱਚ ਪੋਲੀਟੀਕਲ ਸਿਸਟਮ ਕਿਹੋ ਜਿਹਾ ਹੈ ਨਾ, ਕਿਸ ਤਰ੍ਹਾਂ ਉਹਨਾਂ ਦਾ ਸਟੇਟ ਜਿਹੜਾ ਹੈਗਾ ਚਲਾਇਆ ਜਾਂਦਾ ਹੈ। ਯੂ ਸਪੋਜ਼ ਦੈਟ ਅਗਰ ਮੈਂ ਅਮਰੀਕਾ ਔਰ ਇੰਡੀਆ ਦੀ ਗੱਲ ਕਰਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਟੇਟ ਦੇ ਬਾਰੇ ਪੋਲੀਟਿਕਸ, ਜਿਵੇਂ ਇੱਥੇ ਕੀ ਹੈ, ਉੱਥੇ ਪ੍ਰੈਜ਼ੀਡੈਂਟਲ ਫਾਰਮ ਆਫ ਗਵਰਨਮੈਂਟ ਹੈ, ਇੱਥੇ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਰਾਜਾਂ ਵਿਚਕਾਰ ਸੰਬੰਧਾਂ ਦਾ ਅਧਿਐਨ, ਉਹਨਾਂ ਕੰਟਰੀਜ਼ ਦੇ ਵਿੱਚ ਰਿਲੇਸ਼ਨ ਕਿਹੋ ਜਿਹਾ ਹੈ ਨਾ, ਕਿਸ ਤਰ੍ਹਾਂ ਦੇ ਰਿਲੇਸ਼ਨਸ ਨੇ, ਚੰਗਾ ਹੈ ਮਾੜਾ ਹੈ, ਕਿਸ ਤਰ੍ਹਾਂ ਦਾ। ਅਗਰ ਅਮਰੀਕਾ ਦੇ ਨਾਲ ਰਿਲੇਸ਼ਨ ਚੰਗਾ ਹੈ ਸਾਡਾ, ਬ੍ਰਿਟੇਨ ਦੇ ਨਾਲ ਚੰਗਾ ਹੈ ਤਾਂ ਇੱਕ ਪਾਸੇ ਦੂਸਰੇ ਪਾਸੇ ਕੀ ਹੈ, ਪਾਕਿਸਤਾਨ ਦੇ ਨਾਲ ਰਿਲੇਸ਼ਨ ਥੋੜ੍ਹਾ ਜਿਹਾ ਸਾਡਾ ਡਾਵਾਂਡੋਲ ਹੈ। ਸਟੱਡੀ ਆਫ ਨੈਸ਼ਨਲ ਇੰਟਰਸਟ, ਉਹਨਾਂ ਦੇਸ਼ਾਂ ਦੇ ਵਿੱਚ ਜਿਨ੍ਹਾਂ ਦੀ ਆਪਾਂ ਸਟੱਡੀ ਕਰ ਰਹੇ, ਜਿਨ੍ਹਾਂ ਦੇ ਸੰਬੰਧਾਂ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੇ ਨੈਸ਼ਨਲ ਇੰਟਰਸਟ ਕੀ ਨੇ। ਰਾਸ਼ਟਰੀ ਸ਼ਕਤੀ ਦਾ ਅਧਿਐਨ, ਉਸ ਦੇਸ਼ ਦੀ ਸ਼ਕਤੀ ਕਿੰਨੀ ਹੈ, ਨੈਸ਼ਨਲ ਪਾਵਰ ਕਿੰਨੀ ਹੈ ਨਾ, ਉਸ ਦੇਸ਼ ਦਾ ਕਾਨੂੰਨ ਕਿਹੋ ਜਿਹਾ। ਸਟੱਡੀ ਆਫ ਦੀ ਇੰਟਰਨੈਸ਼ਨਲ ਲਾਅ ਜਿਹੜਾ ਚੱਲ ਰਿਹਾ ਹੈ। ਉਸ ਤੋਂ ਬਾਅਦ ਸਟੱਡੀ ਆਫ ਫੋਰਨ ਪੋਲਿਸੀ, ਵਿਦੇਸ਼ਾਂ ਦੀ ਨੀਤੀ ਕਿਹੋ ਜਿਹੀ ਹੈ। ਵਿਦੇਸ਼ੀ ਨੀਤੀ ਕੀ ਹੁੰਦੀ ਹੈ, ਜਦੋਂ ਇੱਕ ਦੇਸ਼ ਆਪਣੇ ਨੈਸ਼ਨਲ ਇੰਟਰਸਟ ਦੇ ਲਈ ਕਿਸੇ ਦੂਸਰੇ ਦੇਸ਼ਾਂ ਦੇ ਨਾਲ ਰਿਲੇਸ਼ਨ ਕਾਇਮ ਕਰਦਾ ਹੈ, ਜਿਸ ਨੂੰ ਵਿਦੇਸ਼ੀ ਨੀਤੀ ਕਹਿੰਦੇ ਹਾਂ। ਨੀਤੀਆਂ ਬਣਾਉਂਦਾ ਹੈ ਜਿਵੇਂ ਹੈ ਨਾ, ਸੰਬੰਧ ਨਹੀਂ ਵੀ ਨੀਤੀਆਂ ਬਣਾਉਂਦਾ ਹੈ। ਉਸ ਤੋਂ ਬਾਅਦ ਸਟੱਡੀ ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਵੇਂ ਨਾਟੋ, EU, ਸਾਰਕ, G8, ਆਸੀਆਨ, ਇਹ ਸਾਰੇ ਜਿਹੜੇ ਹੈਗੇ, UNESCO ਹੋ ਗਿਆ, ਇਹ ਸਾਰੇ ਜਿਹੜੇ ਹੈਗੇ ਨੇ ਇਹਨਾਂ ਦਾ ਅਧਿਐਨ ਕਰਦੇ ਹਾਂ। ਭੂ ਰਾਜਨੀਤੀ ਦਾ ਅਧਿਐਨ, ਜੋਗ੍ਰਾਫੀਕਲ ਕੰਡੀਸ਼ਨਸ ਕਿਹੋ ਜਿਹੀਆਂ ਨੇ, ਜੀਓ ਪੋਲੀਟਿਕਸ ਕਿਹੋ ਜਿਹੀ ਹੈ, ਵਿਵਾਦ ਕਿਹੋ ਜਿਹੇ ਨੇ ਔਰ ਵਿਵਾਦ ਦੇ ਹੱਲ ਕਰਨ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਕਿਹੋ ਜਿਹੀ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਯੁੱਧ ਅਤੇ ਸ਼ਾਂਤੀ ਦਾ ਅਧਿਐਨ। ਠੀਕ ਹੈ। ਕਿ ਸਟੱਡੀ ਆਫ ਵਾਰ ਕੀ ਹੈ, ਯੁੱਧ ਕੀ ਹੈ, ਉਹਨਾਂ ਦੇਸ਼ਾਂ ਦੇ ਵਿੱਚ ਯੁੱਧ ਹੋਇਆ ਤਾਂ ਔਰ ਸ਼ਾਂਤੀ ਜਿਹੜਾ ਹੈਗਾ ਕਿਹੋ ਜਿਹੀ, ਕਿੰਨੀ ਕੁ ਸ਼ਾਂਤੀ ਬਣੀ ਹੋਈ ਹੈ, ਕਿਹੋ ਜਿਹਾ ਮਾਹੌਲ ਜਿਹੜਾ ਹੈਗਾ ਉਹਨਾਂ ਦੇਸ਼ਾਂ ਦੇ ਵਿੱਚ ਹੈ। ਸਟੱਡੀ ਆਫ ਆਈਡੀਓਲੋਜੀ, ਵਿਚਾਰਧਾਰਾ ਦਾ ਅਧਿਐਨ, ਉਹਨਾਂ ਦੇਸ਼ਾਂ ਦੀ ਵਿਚਾਰਧਾਰਾ ਕਿਹੋ ਜਿਹੀ ਹੈ, ਉਹਨਾਂ ਦੇਸ਼ਾਂ ਦੇ ਵਿੱਚ ਕਿਹੋ ਜਿਹੇ ਵਿਚਾਰ ਜਿਹੜੇ ਹੈਗੇ ਨੇ ਉਹ ਅਪਣਾਏ ਜਾਂਦੇ ਨੇ। ਰਾਸ਼ਟਰਵਾਦ, ਬਸਤੀਵਾਦ, ਸਮਾਜਵਾਦ, ਉੱਥੇ ਦਾ ਰਾਸ਼ਟਰਵਾਦ ਕਿਹੋ ਜਿਹਾ, ਰਾਸ਼ਟਰਵਾਦ ਦੀ ਭਾਵਨਾ ਕਿਹੋ ਜਿਹੀ ਹੈ। ਬਸਤੀਵਾਦ ਕੀ ਹੈ, ਕਿਆ ਉੱਥੇ ਜਾਤੀ ਦੇ ਨਾਮ 'ਤੇ ਕੋਈ ਰੰਗ ਭੇਦ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ। ਉੱਥੇ ਦੇ ਦੇਸ਼ਾਂ ਦੀ ਪੋਲਿਸੀ ਮੇਕਿੰਗ ਕਿਹੋ ਜਿਹੀ ਹੈ, ਨੀਤੀ ਨਿਰਮਾਣ ਦੀ ਪ੍ਰਕਿਰਿਆ ਕਿਹੋ ਜਿਹੀ ਹੈ। ਉਸ ਦੇਸ਼ ਦਾ ਨੈਸ਼ਨਲ ਕਰੈਕਟਰ ਕਿਹੋ ਜਿਹਾ, ਜਿਵੇਂ ਹੁਣ ਪਾਕਿਸਤਾਨ ਨੂੰ ਕਹਿ ਦਿਓ ਕਿ ਇੱਕ ਟੈਰਰਿਸਟ ਸਟੇਟ ਜਿਹੜੇ ਹੈਗੇ ਘੋਸ਼ਿਤ ਕੀਤਾ ਗਿਆ ਹੈ। ਸੋ ਇਸੀ ਤਰ੍ਹਾਂ ਜਿਵੇਂ ਇਕਨੋਮਿਕਲ ਰੂਪ ਦੇ ਨਾਲ ਆਪਣਾ ਅਮਰੀਕਾ ਸਟਰੋਂਗ ਹੈ, ਸੋ ਇਸ ਤਰ੍ਹਾਂ ਦੇ ਕਰੈਕਟਰ ਜਿਹੜੇ ਹੈਗੇ ਨੇ, ਉਸ ਦੇਸ਼ ਦਾ ਕਰੈਕਟਰ ਕਿਹੋ ਜਿਹਾ ਹੈ। ਸਟੱਡੀ ਆਫ ਦ ਡਿਸਆਰਮਮੈਂਟ, ਨਿਸ਼ਸਤਰੀਕਰਨ ਦਾ। ਨਿਸ਼ਸਤਰੀਕਰਨ ਕੀ ਹੁੰਦਾ ਹੈ, ਸ਼ਸਤਰਾਂ ਤੋਂ ਬਿਨਾਂ
ਨਿਸ਼ਸਤਰੀਕਰਨ ਹੁੰਦਾ ਹੈ ਸ਼ਸਤਰਾਂ ਤੋਂ ਬਿਨਾਂ ਜਾਂ ਸ਼ਸਤਰਾਂ ਦੀ ਦੌੜ ਨੂੰ ਘੱਟ ਕਰਨਾ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਉਸ ਦੇਸ਼ ਦਾ ਵਾਤਾਵਰਣ ਕਿਹੋ ਜਿਹਾ, ਐਟਮੋਸਫੇਅਰ ਕਿਹੋ ਜਿਹਾ ਹੈ, ਉੱਥੇ ਦੇ ਲੋਕਾਂ ਨੂੰ ਮਨੁੱਖੀ ਅਧਿਕਾਰ ਹੈ ਜਾਂ ਨਹੀਂ ਹੈ, ਕਿਸ ਤਰ੍ਹਾਂ ਦੇ ਮਨੁੱਖੀ ਅਧਿਕਾਰ ਹੈ, ਲੋਕਾਂ ਦੀ ਪੋਲੀਟੀਕਲ ਪਾਰਟੀਸਪੇਸ਼ਨ ਕਿਹੋ ਜਿਹੀ ਹੈ, ਉੱਥੇ ਦੇ ਲੋਕਾਂ ਦਾ ਇਕਨੋਮਿਕਲ ਫੈਕਟਰਸ ਕਿਹੋ ਜਿਹੇ ਨੇ, ਜਨ ਆਂਕੜਾ ਕਿਹੋ ਹੈ, ਪੋਲੀਟੀਕਲ ਵਿਊ ਕਿਹੋ ਹੈ, ਪੋਪੂਲੇਸ਼ਨ ਦੇ ਬਿਹਾਫ ਨਾਲ ਕਿਹੋ ਜਿਹਾ ਹੈ, ਸਟੱਡੀ ਆਫ ਸਪੈਸ਼ਲ ਏਰੀਆਜ਼ ਕਿਹੜੇ ਕਿਹੜੇ ਨੇ, ਆਤੰਕਵਾਦ ਦੀ ਸਮੱਸਿਆ ਉੱਥੇ ਹੈ ਜਾਂ ਨਹੀਂ ਹੈ, ਮਲਟੀਨੈਸ਼ਨਲ ਕੰਪਨੀਜ਼ ਦਾ ਉੱਥੇ ਹੈ ਐਟਮੋਸਫੇਅਰ ਹੈ ਜਾਂ ਨਹੀਂ ਹੈ, ਸਟੱਡੀ ਆਫ ਇਫੈਕਟ ਆਫ ਨਿਊਕਲੀਅਰ ਪਾਵਰ ਉੱਥੇ ਹੈ ਜਾਂ ਫਿਰ ਨਹੀਂ ਹੈ, ਜਾਂ ਕਿਹੋ ਜਿਹੀ ਨਿਊਕਲੀਅਰ ਪਾਵਰ ਜਿਹੜੀ ਹੈਗੀ ਆ ਅਪਣਾਈ ਜਾਂਦੀ ਹੈ। ਸੋ ਦਿਸ ਇਜ਼ ਦਾ ਮੇਨ ਬੇਟਾ ਕਿ ਉਹਦਾ ਵਿਸ਼ਾ ਵਸਤੂ ਕਿਹੋ ਜਿਹਾ ਹੈ, ਸਕੋਪ ਕਿਹੋ ਜਿਹਾ ਹੈ। ਅਗਰ ਮੈਂ ਗੱਲ ਕਰਾਂ ਕਿ ਇੰਪੋਰਟੈਂਸ ਆਫ ਸਟੱਡੀ ਆਫ ਇੰਟਰਨੈਸ਼ਨਲ ਪੋਲੀਟਿਕਸ, ਤਾਂ ਸਾਰਾ ਹੀ ਜਿਹੜਾ ਸਕੋਪ ਹੈ, ਠੀਕ ਹੈ, ਇਸ ਨੂੰ ਤੁਸੀਂ ਕਹਿ ਦੋਗੇ, ਜਿਵੇਂ ਸਪੋਜ਼ ਕਰੋ ਸੇਮ ਕੁਐਸਚਨ ਹੀ ਹੈ, ਜਿਵੇਂ ਸਪੋਜ਼ ਕਰੋ ਅਗਰ ਆ ਗਿਆ ਤੁਹਾਨੂੰ ਵਿਸ਼ਾ ਵਸਤੂ ਨਹੀਂ ਆਇਆ, ਇੰਪੋਰਟੈਂਸ ਆ ਗਈ, ਤਾਂ ਤੁਸੀਂ ਕੀ ਕਰੋਗੇ, ਜਿੱਥੇ ਤੁਸੀਂ ਕਹਿੰਦੇ ਹੋ ਸਟੱਡੀ ਆਫ ਆਈਡੀਓਲੋਜੀਕਲ, ਆਪਾਂ ਇਹਦੇ ਵਿੱਚ ਲਿਖ ਦਾਂਗੇ ਕਿ ਸਾਨੂੰ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਕੀ ਪਤਾ ਲੱਗਦਾ ਹੈ, ਵਿਚਾਰ